ਹੈਲੋ ਗਾਇਜ਼, ਅਸੀਂ ਪਹਿਲਾਂ ਜੋ ਵੀਡੀਓ ਕਰ ਚੁੱਕੇ ਹਾਂ ਫਸਟ ਤੇ ਸੈਕਿੰਡ, ਉਹਦੇ ਵਿੱਚ ਅਸੀਂ ਭਾਰਤ ਦੀ ਇੰਟਰੋ ਬਾਰੇ ਜੋ ਵੀ ਪੜ੍ਹਿਆ, ਭਾਰਤ ਦੇ ਪੜੋਸੀ ਰਾਜਾਂ ਬਾਰੇ ਪੜ੍ਹਿਆ ਜਾਂ ਭਾਰਤ ਦੇ ਖੇਤਰਫਲ ਬਾਰੇ ਪੜ੍ਹਿਆ। ਅੱਜ ਅਸੀਂ ਭਾਰਤ ਦੀਆਂ ਖੇਤਰੀ ਭਿੰਨਤਾਵਾਂ ਕਰਾਂਗੇ, ਜਿਸ ਨੂੰ ਅਸੀਂ ਕਹਿੰਦੇ ਹਾਂ ਰੀਜਨਲ ਡਾਇਵਰਸਿਟੀਜ਼। ਕਿ ਭਾਰਤ ਜਿਹੜਾ ਇੱਕੋ ਹੀ ਦੇਸ਼ ਹੋਣ ਦੇ ਬਾਵਜੂਦ ਇਹਦੇ ਵਿੱਚ ਕਿੰਨੀਆਂ ਵੱਖਰੀਆਂ ਵੱਖਰੀਆਂ ਤਰ੍ਹਾਂ ਦੀਆਂ ਜੋ ਭਿੰਨਤਾਵਾਂ ਪਾਈਆਂ ਗਈਆਂ। ਇਹ ਬਹੁਤ ਵਿਸ਼ਾਲ ਦੇਸ਼ ਹੈ। ਕਿਤੇ ਤਾਂ ਤੁਹਾਨੂੰ ਪਥਰੀਲੀ ਭੂਮੀ ਮਿਲੇਗੀ, ਕਿਤੇ ਤੁਹਾਨੂੰ ਉਪਜਾਊ ਮਿਲੇਗੀ ਅਤੇ ਕਿਤੇ ਰੇਤੀਲੀ ਮਿਲੇਗੀ। ਮਤਲਬ ਰਾਜਸਥਾਨ ਵਾਲੀ ਸਾਈਡ ਜਾਓਗੇ ਗਾਇਸ ਤਾਂ ਤੁਹਾਨੂੰ ਡੈਜ਼ਰਟ ਏਰੀਆ ਜਿਵੇਂ ਰੇਤੀਲੀ ਏਰੀਆ ਮਿਲੇਗਾ। ਪਹਾੜੀ ਇਲਾਕਿਆਂ ਉੱਤਰ ਵੱਲ ਨੂੰ ਜਾਓਗੇ, ਹਿਮਾਲਿਆ ਵੱਲ ਨੂੰ ਜਾਓਗੇ ਤਾਂ ਪਹਾੜੀ ਇਲਾਕਾ ਮਿਲੇਗਾ, ਜਿੱਥੇ ਬਹੁਤ ਵਿਸ਼ਾਲ ਲਦਾਖ ਵਾਲੀ ਸਾਈਡ 'ਤੇ ਬਰਫ਼ ਨਾਲ ਢੱਕੀਆਂ ਹੋਈਆਂ ਕਹਿ ਲਓ ਕਿ ਬਹੁਤ ਉੱਚੀਆਂ ਉੱਚੀਆਂ ਪਹਾੜੀ ਚੋਟੀਆਂ ਮਿਲਣਗੀਆਂ। ਇਸ ਤਰ੍ਹਾਂ ਇਹ ਸਾਰੀਆਂ ਭਿੰਨਤਾਵਾਂ ਜੋ ਇੱਕ ਵਿਸ਼ਾਲਤਾ ਦੇ ਬਾਰੇ 'ਚ ਦੱਸਦੀਆਂ ਹਨ, ਅੱਜ ਅਸੀਂ ਉਹਨਾਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦਾ ਵਿਸ਼ਾਲ ਖੇਤਰ। ਭਾਰਤ ਦਾ ਪੂਰਬੀ, ਪੱਛਮ ਅਤੇ ਉੱਤਰ ਦੱਖਣ ਪਸਾਰ ਕਾਫੀ ਹੋਣ ਕਰਕੇ ਹੀ ਇੱਥੇ ਵੱਧ ਮਾਤਰਾ ਵਿੱਚ ਅਨੇਕਤਾਵਾਂ ਮਿਲਣੀਆਂ ਸੁਭਾਵਿਕ ਹਨ। ਵਿਸ਼ਾਲ ਭੂਗੋਲਿਕ ਖੇਤਰ ਹੋਣ ਕਰਕੇ ਹੀ ਇਸ ਨੂੰ ਉਪ ਮਹਾਂਦੀਪ ਦਾ ਦਰਜਾ ਦਿੱਤਾ ਗਿਆ। ਮਤਲਬ ਇਹਦਾ ਜਿਹੜਾ ਭੂਗੋਲਿਕ ਸਤਰ 'ਤੇ ਦੇਖਿਆ ਜਾਵੇ ਤਾਂ ਇਹ ਬਹੁਤ ਵੱਡਾ ਹੋਣ ਕਰਕੇ ਇਸ ਨੂੰ ਇੱਕ ਉਪ ਮਹਾਂਦੀਪ ਦਾ ਨਾਮ ਦਿੱਤਾ ਗਿਆ, ਜਿਸ ਵਿੱਚ ਹਰੇਕ ਖੇਤਰ ਵਿੱਚ ਜੋ ਕੁਦਰਤੀ ਅਤੇ ਮਨੁੱਖੀ ਤੱਤ ਹੈ ਉਹ ਇੱਕ ਦੂਜੇ ਨਾਲੋਂ ਕਾਫੀ ਭਿੰਨ ਪਾਏ ਜਾਂਦੇ ਹਨ। ਠੀਕ ਹੈ, ਉਹਨਾਂ ਵਿੱਚ ਕਾਫੀ ਵੱਖਰੇਵਾਂ ਪਾਇਆ ਜਾਂਦਾ ਹੈ, ਬਹੁਤ ਡਾਇਵਰਸਿਟੀ ਪਾਈ ਜਾਂਦੀ ਹੈ। ਕੁਦਰਤੀ ਅਤੇ ਮਨੁੱਖੀ ਤੱਤਾਂ ਵਿੱਚ ਅੰਤਰ ਸਪਸ਼ਟ ਕਰਨ ਲਈ ਅਸੀਂ ਇਸ ਨੂੰ ਜਦੋਂ ਬਹੁਤ ਡੀਪਲੀ ਪੜ੍ਹਾਂਗੇ ਤਾਂ ਸਾਨੂੰ ਪਤਾ ਚੱਲੇਗਾ ਕਿ ਇਹ ਭਿੰਨਤਾਵਾਂ ਕਿਸ ਲਈ ਅਤੇ ਕਿਉਂ ਹੈ। ਸੈਕਿੰਡ ਆ ਜਾਂਦਾ ਸਾਡੇ ਕੋਲ ਧਰਾਤਲ। ਭਾਰਤ ਦੇ ਜੇ ਧਰਾਤਲ ਦੀ ਗੱਲ ਵੀ ਅਸੀਂ ਕਰੀਏ ਤਾਂ ਸੰਸਾਰ ਵਿੱਚ ਸਭ ਤੋਂ ਪੁਰਾਤਨ ਪਹਾੜ ਤੁਹਾਨੂੰ ਜਿਵੇਂ ਕਿ ਅਰਾਵਲੀ ਪਰਬਤ ਇੱਥੇ ਮੌਜੂਦ ਹੈ। ਦੂਜੇ ਪਾਸੇ ਅਸੀਂ ਦੇਖੀਏ ਤਾਂ ਹਿਮਾਲਿਆ ਪਰਬਤ, ਜੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਜਿਵੇਂ ਮੋੜਦਾਰ ਪਰਬਤ। ਇਸੇ ਤਰ੍ਹਾਂ ਦੱਖਣ ਵੱਲ ਜੇ ਅਸੀਂ ਦੱਖਣ ਵੱਲ ਨੂੰ ਜਾਈਏ ਤਾਂ ਸਾਨੂੰ ਸਖਤ ਅਤੇ ਪੁਰਾਤਨ ਪਥਰੀਲੀਆਂ ਚੱਟਾਨਾਂ ਮਿਲਣਗੀਆਂ, ਪਥਰੀਲੀ ਪ੍ਰਾਇਦੀਪੀ ਪਠਾਰ ਮਿਲਣਗੇ, ਜਿਸ ਨਾਲ ਹੀ ਹਿਮਾਲਿਆ ਪਰਬਤ ਸ਼੍ਰੇਣੀਆਂ ਵਿੱਚੋਂ ਨਿਕਲਣ ਵਾਲੀਆਂ ਨਦੀਆਂ ਦੁਆਰਾ ਲਿਆਂਦੀ ਗਈ ਵਿਸ਼ਾਲ ਜਿਹੜੀ ਮਿੱਟੀ ਹੈ, ਸਤਲੁਜ, ਗੰਗਾ, ਬ੍ਰਹਮਪੁੱਤਰ ਦੇ ਵਿਸ਼ਾਲ ਉਪਜਾਊ ਮੈਦਾਨ ਵੀ ਸਾਨੂੰ ਉੱਤਰ ਵੱਲ ਮਿਲਣਗੇ। ਠੀਕ ਹੈ, ਇਸੇ ਕਰਕੇ ਉੱਥੋਂ ਜਿਹੜਾ ਕਹਿ ਲਓ ਕਿ ਕਣਕ ਅਤੇ ਚਾਵਲਾਂ ਦੀ ਖੇਤੀ ਹੈ ਗਾਇਜ਼, ਉਹ ਉਪਜਾਊ ਭੂਮੀ ਵਿੱਚ ਹੁੰਦੀ ਹੈ ਔਰ ਜ਼ਿਆਦਾ ਉੱਤਰ ਪ੍ਰਦੇਸ਼ ਵਿੱਚ ਇਹ ਚੀਜ਼ਾਂ ਪੈਦਾ ਹੁੰਦੀਆਂ ਹਨ। ਨੈਕਸਟ ਸਾਡੇ ਕੋਲ ਆ ਜਾਂਦਾ ਜਲਵਾਯੂ। ਉਮੀਦ ਕਰਦੇ ਹਾਂ ਚੰਗੀ ਤਰ੍ਹਾਂ ਤੁਸੀਂ ਸਮਝ ਰਹੇ ਹੋ ਔਰ ਸਮਝ ਕੇ ਕਰ ਰਹੇ ਹੋ। ਜਦੋਂ ਤੁਸੀਂ ਲੈਸਨ ਨੂੰ ਸਿੰਪਲ ਰੀਡ ਕਰੋਗੇ ਗਾਇਜ਼ ਤਾਂ ਸ਼ਾਇਦ ਹੋ ਸਕਦਾ ਹੈ ਤੁਹਾਨੂੰ ਬੋਰਿੰਗ ਲੱਗੇ, ਬਟ ਜਦੋਂ ਤੁਸੀਂ ਇਸ ਨੂੰ ਸਮਝੇ ਹੋਏ ਨੂੰ ਸਮਝੋਗੇ ਜਾਂ ਕਹਿ ਲਓ ਕਿ ਸੁਣੋਗੇ ਤਾਂ ਇਹ ਤੁਹਾਨੂੰ ਕਰਨਾ ਆਸਾਨ ਹੋ ਜਾਏਗਾ। ਭਾਰਤ ਦੇ ਮੱਧ ਵਿੱਚ ਕਰਕ ਰੇਖਾ, ਭਾਰਤ ਦੇ ਸੈਂਟਰ ਪੁਆਇੰਟ ਨੂੰ ਅਸੀਂ ਟ੍ਰੋਪਿਕ ਆਫ ਕੈਂਸਰ ਜਿਹੜੀ ਲਾਈਨ ਹੈ ਗਾਇਜ਼ ਉਹਨੂੰ ਮੱਧ ਰੇਖਾ ਵੀ ਕਹਿੰਦੇ ਹਾਂ, ਜੋ ਭਾਰਤ ਦੇ ਸੈਂਟਰ ਵਿੱਚੋਂ ਨਿਕਲਦੀ ਹੈ, ਜੋ ਭਾਰਤ ਨੂੰ ਦੋ ਭਾਗਾਂ ਵਿੱਚ ਵੰਡ ਦਿੱਤੀ ਹੈ, ਇੱਕ ਉੱਤਰੀ ਗੋਲਾਰਧ ਅਤੇ ਥੱਲੇ ਵਾਲਾ ਦੱਖਣੀ ਗੋਲਾਰਧ। ਜਿਸ ਦੇ ਉੱਤਰੀ ਭਾਗਾਂ ਵਿੱਚ ਸ਼ੀਤ ਉਸ਼ਣ ਕਿਸਮ ਦੀ ਜਲਵਾਯੂ ਮਿਲਦੀ ਹੈ। ਸ਼ੀਤ ਕਿਸਮ ਦੀ ਜਲਵਾਯੂ ਸਾਨੂੰ ਕਿੱਥੇ ਮਿਲਦੀ ਹੈ? ਉੱਤਰੀ ਭਾਗਾਂ ਵਿੱਚ। ਇਸ ਦੇ ਕਰਕੇ ਸਮੁੰਦਰ ਤੋਂ ਜ਼ਿਆਦਾ ਦੂਰ ਹੋਣ ਕਰਕੇ ਕਈ ਵਾਰ ਮਹਾਦੀਪੀ ਜਲਵਾਯੂ ਦਾ ਅਸਰ ਗ੍ਰਹਿਣ ਕਰ ਜਾਂਦੇ ਹਨ। ਜਦੋਂ ਕਿ ਕਰਕ ਰੇਖਾ ਦੇ ਦੱਖਣੀ ਭਾਗ ਜਿਹੜਾ ਦੱਖਣੀ ਵਾਲਾ ਪਾਸਾ ਹੈ, ਉੱਥੇ ਤੁਹਾਨੂੰ ਕਿਸ ਤਰ੍ਹਾਂ ਦੀ ਜਲਵਾਯੂ ਮਿਲੇਗੀ? ਉਸ਼ਣ ਕਿਸਮ ਦੀ ਜਲਵਾਯੂ ਦੇ ਅੰਦਰ ਆ ਜਾਂਦਾ ਔਰ ਉੱਥੋਂ ਦੀ ਜਿਹੜੀ ਜਲਵਾਯੂ ਹੈ ਉਸ਼ਣ ਕਿਸਮ ਦੀ ਜਲਵਾਯੂ ਹੈ ਗਾਇਸ। ਤਿੰਨੋਂ ਪਾਸੇ ਉਹ ਸਮੁੰਦਰ ਨਾਲ ਘਿਰਿਆ ਹੋਣ ਕਰਕੇ ਉੱਥੋਂ ਜਿਹੜਾ ਤਾਪਮਾਨ ਹੈ 40 ਡਿਗਰੀ ਤੋਂ ਘੱਟ ਹੀ ਰਹਿੰਦਾ ਹੈ। ਇਸੇ ਕਰਕੇ ਦੱਖਣ ਦੀ ਪਠਾਰ ਜਲਵਾਯੂ ਗਰਮ ਅਤੇ ਸੁਹਾਵਣਾ ਕਿਸਮ ਦੀ ਹੁੰਦੀ ਹੈ ਔਰ ਬਹੁਤ ਜ਼ਿਆਦਾ ਟੂਰਿਸਟ ਵੀ ਉੱਥੇ ਇਹੀ ਚੀਜ਼ਾਂ ਇੰਜੋਏ ਕਰਨ ਜਾਂਦੇ ਹਨ। ਠੀਕ ਹੈ, ਨੈਕਸਟ ਸਾਡੇ ਕੋਲ ਆ ਜਾਂਦਾ ਹੈ ਐੜਾ ਭਾਗ। ਵਰਖਾ ਪੱਖੋਂ ਉੱਤਰ ਪੂਰਬ ਵਿੱਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ, ਜਿਸ ਵਿੱਚੋਂ ਅਸੀਂ ਕਹਿ ਸਕਦੇ ਹਾਂ ਕਿ ਮਾਇਆਸ ਰਾਮ ਅਤੇ ਚਿਰਾਪੂੰਜੀ ਨੂੰ ਤਾਂ ਨਾਰਮਲੀ ਤੁਸੀਂ ਬਹੁਤ ਵਾਰੀ ਸੁਣਿਆ ਹੋਏਗਾ। ਜ਼ਿਆਦਾ ਵਰਖਾ ਵਾਲਾ ਖੇਤਰ ਕਿਹੜਾ? ਚਿਰਾਪੂੰਜੀ ਦਾ ਨਾਮ ਹੀ ਆਉਂਦਾ ਹੈ। ਸੰਸਾਰ ਦੇ ਸਭ ਤੋਂ ਵੱਧ ਵਰਖਾ ਵਾਲੇ ਇਲਾਕਿਆਂ ਵਿੱਚੋਂ ਗਿਣੇ ਜਾਂਦੇ ਹਨ, ਜਦਕਿ ਭਾਰਤ ਦੇ ਪੂਰਬ ਪੱਛਮ ਵਿੱਚ ਥਾਰ ਮਰੂਥਲ ਦੇ ਖੇਤਰ ਖੁਸ਼ਕ ਹਵਾਵਾਂ ਚੱਲਦੀਆਂ ਹਨ, ਖੁਸ਼ਕ ਇਲਾਕੇ ਪਾਏ ਜਾਂਦੇ ਹਨ। ਨੈਕਸਟ ਅਸੀਂ ਕਰ ਸਕਦੇ ਹਾਂ ਮਾਈਗ੍ਰੇਸ਼ਨ ਕੀ ਹੁੰਦੀ ਹੈ ਗਾਇਜ਼? ਇਹ ਅਸੀਂ ਪਹਿਲਾਂ ਵੀ ਕੀਤਾ ਸੀਗਾ। ਮਾਈਗ੍ਰੇਸ਼ਨ ਹੁੰਦੀ ਹੈ ਜਿਵੇਂ ਕਿ ਕੁਝ ਲੋਕ ਹੈ ਉਹ ਦੂਸਰੇ ਨੇਬਰਸ ਕੰਟਰੀਜ਼ ਤੋਂ ਇੱਕ ਜਗ੍ਹਾ ਤੋਂ ਜਦੋਂ ਦੂਸਰੀ ਜਗ੍ਹਾ 'ਤੇ ਆ ਕੇ ਉਹ ਰਹਿਣ ਲੱਗ ਜਾਂਦੇ ਆ ਜਾਂ ਵਸ ਜਾਂਦੇ ਆ। ਠੀਕ ਹੈ, ਉੱਥੇ ਪਰਮਾਨੈਂਟ ਉੱਥੋਂ ਦਾ ਕਹਿ ਲਓ ਕਿ ਕਲਚਰ, ਉੱਥੋਂ ਦੀ ਸੰਸਕ੍ਰਿਤੀ, ਉੱਥੋਂ ਦਾ ਸੱਭਿਆਚਾਰ ਅਪਣਾ ਲੈਂਦੇ ਆ। ਅਤੇ ਉਹ ਗਾਇਜ਼ ਉਹ ਕਿਹੜੇ ਲੋਕ ਹੁੰਦੇ ਹਨ? ਉਹ ਆਉਂਦੇ ਆ ਮਾਈਗ੍ਰੇਟ। ਭਾਰਤ ਦੇ ਵਿੱਚ
ਜਿੰਨੇ ਵੀ ਆਸੇ-ਪਾਸੇ ਤੋਂ ਆ ਕੇ ਲੋਕ ਕਬੀਲੇ ਜਿਵੇਂ ਕਿ ਦ੍ਰਵੜ ਜਾਤੀ ਦੇ ਕਬੀਲੇ, ਤਮਿਲਨਾਡੂ ਵਿੱਚ ਸ਼੍ਰੀਲੰਕਾ ਤੋਂ ਆਏ ਹੋਏ ਤਮਿਲ ਜਾਤੀ ਦੇ ਲੋਕ ਆਦਿ ਜੋ ਸਮੂਹ ਹਨ, ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਮਾਈਗ੍ਰੇਟ ਹੈ। ਇਸੇ ਤਰ੍ਹਾਂ ਸੱਭਿਆਚਾਰ ਭਾਰਤ ਦੇ ਅਸੀਂ ਪਹਿਲਾਂ ਵੀ ਕਰਵਾ ਚੁੱਕੇ ਹਾਂ ਕਿ 18 ਭਾਸ਼ਾਵਾਂ ਹਨ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ। ਉਸ ਤੋਂ ਇਲਾਵਾ 187 ਭਾਸ਼ਾਵਾਂ ਇਹੋ ਜਿਹੀਆਂ ਹਨ ਜਿਹੜੀਆਂ ਭਾਰਤ ਵਿੱਚ ਬੋਲੀਆਂ ਜਾਂਦੀਆਂ ਹਨ। ਭਾਰਤ ਵਿੱਚ ਡਿਫਰੈਂਟ ਟਾਈਪ ਆਫ ਲੈਂਗੁਏਜਿਸ ਹਨ, ਠੀਕ ਹੈ। ਡਿਫਰੈਂਟ ਟਾਈਪ ਆਫ ਉਹਨਾਂ ਦੇ ਡਾਂਸ ਹੈ, ਭਾਰਤ ਨਾਟਿਅਮ, ਗਿੱਧਾ, ਭੰਗੜਾ, ਮਨੀਪੁਰੀ, ਠੀਕ ਹੈ। ਇਸ ਤੋਂ ਇਲਾਵਾ ਅਸੀਂ ਕਹਿ ਸਕਦੇ ਹਾਂ ਕਿ ਧਰਮ ਮੁਤਾਬਿਕ ਵੀ ਜਿਹੜਾ ਲੋਕ ਜੈਨੀ ਪਾਏ ਜਾਣਗੇ, ਹਿਮਾਲੀਅਨ ਪਾਏ ਜਾਣਗੇ, ਕਸ਼ਮੀਰੀ, ਸਿੱਖ, ਪੰਜਾਬੀ, ਮੁਸਲਿਮ, ਹਿੰਦੂ, ਪਤਾ ਨਹੀਂ ਕਿੰਨੇ ਧਰਮਾਂ ਦੇ ਲੋਕ ਇੱਥੇ ਪਾਏ ਜਾਂਦੇ ਹਨ ਗਾਈਜ਼। ਇਸ ਤੋਂ ਇਲਾਵਾ ਈਸਾਈ ਧਰਮ ਦੇ ਲੋਕ ਵੀ ਬਥੇਰੇ ਗਿਣਤੀ ਵਿੱਚ ਹਨ। ਔਰ ਲੋਕਾਂ ਦਾ ਜਿਹੜਾ ਕਹਿ ਲਓ ਕਿ ਖੇਤੀਬਾੜੀ ਉਹਨਾਂ ਦਾ ਮੇਨ ਕਿੱਤਾ ਮੰਨਿਆ ਜਾਂਦਾ ਹੈ। ਉਸ ਦਾ ਰੀਜ਼ਨ ਕੀ ਹੈ? ਉੱਤਰ ਵੱਲ ਜਿਹੜਾ ਉਪਜਾਊਪਨ ਹੈ, ਠੀਕ ਹੈ, ਮਿੱਟੀ ਦੇ ਉਪਜਾਊਪਨ ਵੀ ਇਸ ਦਾ ਇੱਕ ਮੁੱਖ ਕਾਰਨ ਹੈ। ਇੱਥੇ ਮਸ਼ੀਨੀਕਰਨ, ਸੁਚਾਰੂ ਜਲ ਪੂਰਤੀ ਵਿਵਸਥਾ ਅਤੇ ਵਿਕਸਿਤ ਆਵਾਜਾਈ ਆਦਿ ਦੀਆਂ ਸਹੂਲਤਾਂ ਦੇ ਸਥਾਈ ਖੇਤਰਾਂ ਦੀ ਵਿਵਸਥਾ ਨੂੰ ਆਧੁਨਿਕ ਲੀਹਾਂ 'ਤੇ ਚਲਾ ਦਿੱਤਾ ਹੈ। ਦੂਸਰੇ ਪਾਸੇ ਦੇਸ਼ ਦੇ ਖੁਸ਼ਕ ਰਾਜਸਥਾਨੀ, ਮੱਧਵਰਤੀ, ਵਿੰਧਿਆਚਲ, ਮੈਕਾਲ ਪਰਬਤੀ ਪ੍ਰਦੇਸ਼, ਛੋਟੇ ਨਾਗਪੁਰ ਦੀ ਪਠਾਰ ਅਤੇ ਉੱਤਰੀ ਪੂਰਬੀ ਪਹਾੜੀ ਅਤੇ ਪਠਾਰੀ ਖੇਤਰਾਂ ਵਿੱਚ ਅਜੇ ਵੀ ਕਹਿ ਲਓ ਕਿ ਟਰਾਈਬਲ ਜਿਹੜੀ ਪਾਪੂਲੇਸ਼ਨਸ ਹੈ ਉਹ ਰਹਿ ਰਹੀ ਹੈ। ਸੱਭਿਆਚਾਰ ਦੇ ਪੱਖੋਂ ਤੋਂ ਕਾਫੀ ਪਿਛੜੇ ਹੋਏ ਲੋਕ ਹਨ। ਇਹ ਗਾਈਜ਼ ਇਹ ਤਾਂ ਸੀ ਤੁਹਾਡੀ ਰਿਵੀਜ਼ਨ ਜੋ ਕਿ ਬਹੁਤ ਜਲਦੀ ਕਰਵਾਤੀ। ਹੁਣ ਅਸੀਂ ਕਰਾਂਗੇ ਅਨੇਕਤਾਵਾਂ ਵਿੱਚ ਏਕਤਾ, ਕਿ ਯੂਨਿਟੀ ਇਨ ਡਾਇਵਰਸਿਟੀ, ਕਿ ਸਾਰੀਆਂ ਚੀਜ਼ਾਂ ਦੇ ਵਿੱਚ ਇੰਨੀਆਂ ਵਿਭਿੰਨਤਾਵਾਂ ਹੋਣ ਦੇ ਬਾਵਜੂਦ, ਇੰਨੀਆਂ ਅਨੇਕਤਾਵਾਂ ਹੋਣ ਦੇ ਬਾਵਜੂਦ ਇੱਥੇ ਯੂਨਿਟੀ ਕਿਵੇਂ ਆ ਜਾਂਦੀ ਹੈ ਇਹਨੇ ਡਿਵਰਸਿਟੀ ਦੇ ਬਾਵਜੂਦ। ਜੇ ਅਸੀਂ ਕੁਦਰਤ ਪੱਖੋਂ ਗੱਲ ਕਹੀਏ, ਆਰਥਿਕ, ਸਮਾਜਿਕ, ਸੱਭਿਆਚਾਰਕ ਸਾਰੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਭਿੰਨ ਤਰ੍ਹਾਂ ਦੇ ਲੋਕ ਮਿਲਣਗੇ, ਭਿੰਨ ਤਰ੍ਹਾਂ ਦੇ ਡਾਂਸ ਮਿਲਣਗੇ, ਭਿੰਨ ਤਰ੍ਹਾਂ ਦੇ ਖਾਣੇ ਮਿਲਣਗੇ, ਉਹਨਾਂ ਦੇ ਰੀਤੀ ਰਿਵਾਜ ਮਿਲਣਗੇ। ਇਸ ਦੇ ਬਾਵਜੂਦ ਵੀ ਕਹਿ ਲਓ ਕਿ ਕੁਦਰਤੀ ਸੱਭਿਆਚਾਰ ਤੱਤਾਂ ਵਿੱਚ ਨਿਰੰਤਰ ਰੂਪ ਵਿੱਚ ਤਬਦੀਲੀ ਵੀ ਹੈ ਜਿਹੜੀ ਹੁੰਦੀ ਰਹਿੰਦੀ ਹੈ। ਇੱਕ ਰੂਪਤਾ ਦੀ ਸਥਿਤੀ ਪੈਦਾ ਹੋਣ ਦਾ ਕਾਰਨ ਕੀ ਹੈ? ਇੱਥੋਂ ਦੇ ਲੋਕ ਜੋ ਕਿ ਅਲੱਗ ਹੁੰਦਿਆਂ ਹੋਇਆਂ ਵੀ ਆਪਸ ਦੇ ਵਿੱਚ ਆਪਣੇ ਆਪ ਨੂੰ ਇੱਕ ਮੰਨਦੇ ਹਨ, ਮਿਲ ਜੁਲ ਕੇ ਰਹਿੰਦੇ ਹਨ, ਆਪਸੀ ਭਾਈਚਾਰੇ ਨਾਲ ਰਹਿੰਦੇ ਹਨ। ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦਾ ਹੈ ਮਾਨਸੂਨੀ ਰੁੱਤ। ਮਾਨਸੂਨ ਰੁੱਤ, ਸਾਡਾ ਦੇਸ਼ ਉਸ਼ਣ ਮਾਨਸੂਨੀ ਜਲਵਾਯੂ ਵਾਲਾ ਖੇਤੀ ਪ੍ਰਧਾਨ ਦੇਸ਼ ਹੈ, ਜਿੱਥੇ ਰੁੱਤਾਂ ਦਾ ਜਿਹੜਾ ਆਉਣਾ ਜਾਣਾ ਹੈ ਉਹ ਲੱਗਿਆ ਹੀ ਰਹਿੰਦਾ ਹੈ। ਦੇਸ਼ ਦੀਆਂ ਜ਼ਿਆਦਾ ਵਰਖਾ ਗਰਮੀ ਦੀ ਰੁੱਤ ਵਿੱਚ ਹੀ ਹੁੰਦੀ ਹੈ। ਇਸ ਲਈ ਸਾਰੇ ਦੇਸ਼ ਖੇਤੀਬਾੜੀ ਅਤੇ ਆਰਥਿਕਤਾ ਮਾਨਸੂਨ ਪੌਣਾ ਦੇ ਆਮਦ 'ਤੇ ਨਿਰਭਰ ਕਰਦੀ ਹੈ ਕਿ ਮਾਨਸੂਨ ਪੌਣਾ ਆਉਣਗੀਆਂ, ਵਰਖਾ ਹੋਏਗੀ, ਖੇਤਾਂ ਨੂੰ ਪਾਣੀ ਮਿਲੇਗਾ ਅਤੇ ਖੇਤੀ ਬਹੁਤ ਜ਼ਿਆਦਾ ਖੁਸ਼ਹਾਲ ਤਰੀਕੇ ਨਾਲ ਹੋ ਪਾਏਗੀ। ਇਹ ਪੌਣਾ ਇੱਕ ਪਾਸੇ ਭਾਰਤ ਦੇ ਵਿਸ਼ਾਲ ਮੈਦਾਨਾਂ ਦੀ ਖੇਤੀਯੋਗ ਭੂਮੀ ਲਈ ਪਾਣੀ ਪ੍ਰਦਾਨ ਕਰਦੀਆਂ ਹਨ ਅਤੇ ਦੂਸਰੇ ਪਾਸੇ ਜੋ ਪਹਾੜੀ ਖੇਤਰ ਹਨ, ਪਾਣੀ ਦੇ ਜਮ੍ਹਾਂ ਭੰਡਾਰਾਂ ਉੱਤੇ ਹੀ ਉਹਨਾਂ ਦਾ ਜਿਹੜਾ ਉੱਚੇ ਸਤਰ ਨਾਲ ਜਿਹੜੀ ਬਿਜਲੀ ਆ ਉਹ ਸਪਲਾਈ ਕੀਤੀ ਜਾਂਦੀ ਹੈ ਜਾਂ ਬਿਜਲੀ ਨੂੰ ਪੈਦਾ ਕੀਤਾ ਜਾਂਦਾ ਹੈ। ਸ਼ਹਿਰੀ ਅਤੇ ਪੇਂਡੂ ਜਨਸੰਖਿਆ ਲਈ ਰੋਜ਼ੀ ਰੋਟੀ ਦਾ ਮੁਹੱਈਆ ਕਰਵਾਉਣ ਵਿੱਚ ਹੀ ਕਾਫੀ ਮਦਦ ਹੋ ਜਾਂਦੀ ਹੈ। ਇਸੇ ਕਰਕੇ ਸਾਡੇ ਸਾਰੇ ਦੇਸ਼ ਵਿੱਚ ਲੋਕ ਮਾਨਸੂਨ ਪੌਣਾ ਦੁਆਰਾ ਆਮਦ ਨੂੰ ਬਹੁਤ ਬੇਸਬਰੀ ਦੇ ਨਾਲ ਲੋਕ ਇੰਤਜ਼ਾਰ ਕਰਦੇ ਹਨ। ਬਹੁਤ ਜ਼ਿਆਦਾ ਗਰਮੀ ਹੋਏ, ਬਹੁਤ ਜ਼ਿਆਦਾ ਕਹਿ ਲਓ ਕਿ ਬਹੁਤ ਜ਼ਿਆਦਾ ਗਰਮੀ ਤੋਂ ਲੋਕ ਅੱਕ ਚੁੱਕੇ ਹੋਣ ਤਾਂ ਉਹ ਜ਼ਿਆਦਾ ਤੋਂ ਜ਼ਿਆਦਾ ਬਰਸਾਤ ਮੰਗਦੇ ਹਨ। ਔਰ ਕਿਸਾਨਾਂ ਲਈ ਤਾਂ ਬਰਸਾਤ ਇੱਕ ਵਰਦਾਨ ਹੈ। ਜਦੋਂ ਉਹਨਾਂ ਦੇ ਫਸਲਾਂ ਨੂੰ ਉਗਾ ਰਹੇ ਹੁੰਦੇ ਹਨ, ਚਾਹੇ ਉਹ ਕਣਕ ਦੀ ਹੋਏ, ਚਾਹੇ ਉਹ ਚਾਵਲ ਦੀ ਹੋਏ, ਠੀਕ ਹੈ। ਨੰਬਰ 2 ਸਾਡੇ ਕੋਲ ਆ ਗਿਆ ਧਾਰਮਿਕ ਸਥਿਤੀ, ਰਿਲੀਜਨ ਕਲਚਰ ਸਾਡਾ ਕੀ ਹੈ। ਰਿਲੀਜਨ ਜੇ ਪਲੇਸਿਸ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਅਨੇਕਾਂ ਧਰਮ ਪਾਏ ਜਾਂਦੇ ਹਨ ਜਾਂ ਪ੍ਰਚਲਿਤ ਹੈ। ਇਹਨਾਂ ਨੂੰ ਮੰਨਣ ਵਾਲੇ ਸ਼ਰਧਾਲੂ ਦੇਸ਼ ਵਿੱਚ ਵੱਖ-ਵੱਖ ਖੇਤਰਾਂ ਤੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਂਦੇ ਹਨ। ਧਾਰਮਿਕ ਸਥਾਨ ਰੂਹਾਨੀ ਖਿੱਚਿਆ ਲੋਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਜਗ੍ਹਾਵਾਂ ਵੱਲ ਖਿੱਚੇ ਜਾਂਦੇ ਹਨ, ਠੀਕ ਹੈ। ਹਜ਼ਾਰਾਂ ਲੋਕਾਂ ਨੂੰ ਵੱਖ-ਵੱਖ ਸਮੇਂ 'ਤੇ ਇਕੱਠਾ ਕਰਕੇ ਧਾਰਮਿਕ ਇਕੱਠ ਰਾਹੀਂ ਇਕਾਗਰਤਾ ਭਾਵਨਾ ਜਾਗਰੂਕਤਾ ਕਰਨ ਵਿੱਚ ਮਦਦ ਵੀ ਕਰਦੇ ਹਨ। ਦੇਸ਼ ਦੇ ਤ੍ਰਿਪਤੀ, ਜਗਨਨਾਥਪੁਰੀ, ਬਨਾਰਸ, ਬਦਰੀਨਾਥ, ਅਮਰਨਾਥ ਜਿਹੇ ਪਵਿੱਤਰ ਸਥਾਨਾਂ ਦੀ ਪੂਜਾ ਕਰਨ ਲਈ ਦੇਸ਼ ਦੇ ਹਰ ਕੋਨੇ ਤੋਂ ਜਿਹੜੇ ਸ਼ਰਧਾਲੂ ਹਿੰਦੂ ਹੈ ਲੋਕ ਆਉਂਦੇ ਹਨ। ਇਸੇ ਤਰ੍ਹਾਂ ਅਜਮੇਰ ਦੀ ਚਿਸ਼ਤੀ ਦੀ ਦਰਗਾਹ ਹੋਏ, ਦਿੱਲੀ ਦੀ ਜਾਮਾ ਮਸਜਿਦ ਹੋਏ, ਬੀਬੀ ਦਾ ਮਕਬਰਾ ਆਦਿ ਥਾਵਾਂ 'ਤੇ ਬਹੁਤ ਜ਼ਿਆਦਾ ਜਿਹੜਾ ਮੁਸਲਮਾਨ ਉਹ ਆਪਣੀਆਂ ਮੰਨਤਾਂ ਨੂੰ ਮੰਨਦੇ ਹਨ, ਇਬਾਦਤ ਕਰਦੇ ਹਨ। ਸਿੱਖ ਧਰਮ ਨੂੰ ਮੰਨਣ ਲਈ ਹਰਿਮੰਦਰ ਸਾਹਿਬ, ਪਟਨਾ ਸਾਹਿਬ, ਹੇਮਕੁੰਟ ਸਾਹਿਬ ਹਜ਼ੂਰ ਸਾਹਿਬ ਜਿਹੇ ਸਥਾਨਾਂ ਤੋਂ ਵੱਖ-ਵੱਖ ਜਿਹੜੇ ਸ਼ਰਧਾਲੂ ਹਨ ਪਹੁੰਚਦੇ ਹਨ। ਦਿਲਚਸਪ ਗੱਲ ਇਹ ਹੈ ਕਿ ਚਾਹੇ
ਹਿੰਦੂ ਦੇਵੀ ਦੇਵਤਿਆਂ ਦੇ ਮੰਦਿਰ ਹੋਣ, ਚਾਹੇ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਹੋਣ, ਠੀਕ ਹੈ, ਚਾਹੇ ਕਹਿ ਲਓ ਕਿ ਗੁਰਦੁਆਰੇ ਹੋਣ, ਇਹਨਾਂ ਸਭ ਥਾਵਾਂ 'ਤੇ ਹਿੰਦੂ ਮੁਸਲਮਾਨ ਸਿੱਖ ਤੁਹਾਨੂੰ ਸਭ ਪੂਜਾ ਕਰਦੇ, ਆਪਣੇ ਮੱਥੇ ਟੇਕਦੇ ਮਿਲਣਗੇ, ਕਿਉਂਕਿ ਉਹਨਾਂ ਵਿੱਚ ਆਪਸੀ ਇੱਕ ਸਾਂਝ, ਇੱਕ ਭਾਈਚਾਰਾ ਕਾਇਮ ਹੈ। ਠੀਕ ਹੈ, ਨੈਕਸਟ ਸਾਡੇ ਕੋਲ ਆ ਜਾਂਦਾ ਹੈ ਧਾਰਮਿਕ ਸੰਤ ਅਤੇ ਭਗਤ। ਧਾਰਮਿਕ ਸਥਾਨਾਂ ਤੋਂ ਇਲਾਵਾ ਭਾਰਤ ਦੇ ਵਿੱਚ ਪੀਰ ਪੈਗੰਬਰ, ਸੂਫੀ ਸੰਤ, ਰੂਹਾਨੀ ਸਤਸੰਗ ਉਪਦੇਸ਼ਾਂ ਦੁਆਰਾ ਭਾਈਚਾਰਕ ਏਕਤਾ ਜਿਹੜੀ ਸੱਭਿਆਚਾਰ ਹੈ ਸਹਿਯੋਗ ਨੂੰ ਇੱਕ ਦ੍ਰਿੜ ਆਦਾਨ ਪ੍ਰਦਾਨ ਆਧਾਰ ਹੈ ਜਿਹੜਾ ਉਹ ਪ੍ਰਦਾਨ ਕਰਦੇ ਹਨ, ਲੋਕਾਂ ਨੂੰ ਆਪਸ ਜੋੜ ਕੇ ਰੱਖਦੇ ਹਨ। ਭਗਤ ਚਾਹੇ ਕਬੀਰ ਹੋਏ, ਨਾਨਕ, ਗੁਰੂ ਨਾਨਕ, ਤੁੱਕਾ ਰਾਮ, ਸੂਰਦਾਸ, ਚਿਸ਼ਤੀ, ਕਬੀਰ, ਬਾਬਾ ਫਰੀਦ, ਠੀਕ ਹੈ, ਏਕਤਾ ਕਹਿ ਲਓ ਕਿ ਲੋਕਾਂ ਨੂੰ ਏਕਤਾ ਅਤੇ ਭਾਈਚਾਰੇ ਦੇ ਸੰਦੇਸ਼ ਦਿੰਦੇ ਹਨ। ਜਿਹੜੀ ਆਪਸੀ ਦੁਸ਼ਮਣੀ ਹੈ, ਕ੍ਰੋਧ ਹੈ, ਇਹਨੂੰ ਖਤਮ ਕਰਨ ਬਾਰੇ ਕਹਿੰਦੇ ਹਨ। ਚਾਹੇ ਗੁਰੂਆਂ ਦੇ ਕਹਿ ਲਓ ਗੁਰੂ ਗ੍ਰੰਥ ਸਾਹਿਬ ਆ, ਉੱਥੇ ਵੀ ਲੋਕਾਂ ਨੂੰ ਇਹੀ ਉਪਦੇਸ਼ ਦਿੱਤੇ ਗਏ ਹਨ ਕਿ ਆਪਸ ਦੇ ਵਿੱਚ ਮਿਲ ਕੇ ਰਹੋ, ਪਿਆਰ ਨਾਲ ਰਹੋ, ਸੰਗਤ ਪੰਗਤ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਸਾਰੇ ਲੋਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੀਆਂ ਹਨ। ਭਾਸ਼ਾ ਅਤੇ ਲੋਕ ਕਲਾ ਦੇਸ਼ ਦੇ ਵੱਖਰੇ ਵੱਖਰੇ ਖੇਤਰਾਂ ਦੀ ਜਿਹੜੀ ਸੰਸਕ੍ਰਿਤੀ ਦੇ ਪ੍ਰਸਾਰ ਵਿੱਚ ਭਾਸ਼ਾਵਾਂ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਉਹ ਦਿੰਦੀਆਂ ਹਨ। ਪ੍ਰਾਚੀਨ ਸਮੇਂ ਤੋਂ ਹੀ ਕਹਿ ਲਓ ਵੈਦਿਕ ਕਾਲ ਦੇ ਸਮੇਂ ਵੇਦਾਂ ਦੇ ਮੰਤਰਾਂ ਦਾ ਉਚਾਰਨ ਕੇਵਲ ਇੱਕੋ ਸੰਸਕ੍ਰਿਤ ਭਾਸ਼ਾ ਵਿੱਚ ਹੀ ਕੀਤਾ ਜਾਂਦਾ ਸੀ। ਵੇਦ ਅਤੇ ਪੁਰਾਣਾਂ ਦਾ ਅਸਰ ਕਸ਼ਮੀਰ ਤੋਂ ਲੈ ਕੇ ਸ਼੍ਰੀਲੰਕਾ ਤੇ ਰਾਜਸਥਾਨ ਤੋਂ ਮਨੀਪੁਰ ਤੱਕ ਮਿਲਣ ਦਾ ਮੁੱਖ ਕਾਰਨ ਕੇਵਲ ਇੱਕ ਹੀ ਹੈ ਕਿ ਭਾਸ਼ਾ ਜਿਹੜੀ ਸੰਸਕ੍ਰਿਤ ਸੀ, ਇੱਕੋ ਹੀ ਭਾਸ਼ਾ ਸੀ। ਇਸ ਤੋਂ ਇਲਾਵਾ ਅੱਜ ਦੀਆਂ ਕਈ ਪ੍ਰਦੇਸ਼ਿਕ ਭਾਸ਼ਾਵਾਂ ਮੂਲ ਆਧਾਰ ਵੀ ਸੰਸਕ੍ਰਿਤ ਹੈ। ਮੂਲ ਆਧਾਰ ਦਾ ਮਤਲਬ ਗਾਈਜ਼ ਹੁੰਦਾ ਹੈ ਬੱਚੋ, ਜਿਵੇਂ ਕਿ ਜਿੰਨੀਆਂ ਵੀ ਲੈਂਗੁਏਜਿਸ ਹੈ, ਚਾਹੇ ਉਹ ਹਿੰਦੀ ਹੈ, ਚਾਹੇ ਉਹ ਇੰਗਲਿਸ਼ ਹੈ, ਚਾਹੇ ਉਹ ਪੰਜਾਬੀ ਹੈ, ਹੋਰ ਵੀ ਬਹੁਤ ਸਾਰੀਆਂ ਲੈਂਗੁਏਜਿਸ ਜਿਨ੍ਹਾਂ ਦਾ ਬੇਸ ਕੀ ਹੈ, ਮੁੱਢ ਕੀ ਹੈ, ਮੁੱਢ ਉਹਨਾਂ ਦਾ ਸੰਸਕ੍ਰਿਤ ਹੈ। ਸਾਰੀਆਂ ਭਾਸ਼ਾਵਾਂ ਕਿਤੇ ਨਾ ਕਿਤੇ ਸੰਸਕ੍ਰਿਤ ਤੋਂ ਹੀ ਜਨਮੀਆਂ ਹਨ। ਠੀਕ ਹੈ, ਔਰ ਸਭ ਤੋਂ ਪਹਿਲਾਂ ਜਿਹੜੀ ਲੈਂਗੁਏਜ ਸੀ ਉਹ ਸੰਸਕ੍ਰਿਤ ਹੀ ਚੱਲਦੀ ਸੀ। ਉਸ ਤੋਂ ਬਾਅਦ ਇਹਦਾ ਰੂਪ ਬਦਲਦਾ ਗਿਆ, ਇਹਦੇ ਵਿੱਚ ਲੋਕਾਂ ਦੀ ਭਾਸ਼ਾਵੀ ਅੰਤਰ ਕਰਕੇ ਕੁਝ ਅੰਤਰ ਆਉਂਦਾ ਗਿਆ ਅਤੇ ਨਵੀਆਂ ਭਾਸ਼ਾਵਾਂ ਸੀ ਜਿਹੜੀਆਂ ਜਨਮ ਲੈਂਦੀਆਂ ਗਿਆ। ਮੱਧਕਾਲ ਸਮੇਂ ਦੌਰਾਨ ਭਾਰਤ ਦੇ ਵਿਸ਼ਾਲ ਖੇਤਰਾਂ ਵਿੱਚ ਫਾਰਸੀ ਭਾਸ਼ਾ ਦਾ ਕਾਫੀ ਬੋਲਬਾਲਾ ਸੀ। ਫਾਰਸੀ ਅਤੇ ਸੰਸਕ੍ਰਿਤੀ ਦੇ ਸੁਮੇਲ ਰਾਹੀਂ ਇੱਕ ਨਵੀਂ ਜਨਮੀ ਭਾਸ਼ਾ ਜਿਸ ਨੂੰ ਉਰਦੂ ਕਹਿੰਦੇ ਹਨ, ਜਦੋਂ ਦੋ ਭਾਸ਼ਾਵਾਂ ਦਾ ਮੇਲ ਹੋਇਆ, ਦਿੱਲੀ ਦੇ ਹੁਕਮਰਾਨਾਂ ਨੇ ਮਾਨਤਾ ਪ੍ਰਦਾਨ ਕਰਕੇ ਦੇਸ਼ ਵਿੱਚ ਲਾਗੂ ਕਰ ਦਿੱਤੀ। ਅੱਜ ਵੀ ਇਸ ਭਾਸ਼ਾ ਨੂੰ ਹਿੰਦੁਸਤਾਨੀ ਭਾਸ਼ਾ ਕਿਹਾ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਹਰੇਕ ਹਿੱਸੇ ਵਿੱਚ ਅੰਗਰੇਜ਼ੀ ਅਤੇ ਹਿੰਦੀ ਪੜ੍ਹੀਆਂ ਜਾਣ ਲੱਗੀਆਂ। ਉਹਦਾ ਅਸਰ ਕੀ ਸੀ? ਕਿਉਂਕਿ ਅੰਗਰੇਜ਼ਾਂ ਨੇ ਕਾਫੀ ਟਾਈਮ ਇੱਥੇ ਲੰਬੇ ਟਾਈਮ ਤੱਕ ਰਾਜ ਕੀਤਾ, ਜਿਸ ਨਾਲ ਭਾਰਤ ਦੇ ਲੋਕਾਂ ਦੇ ਉੱਪਰ ਕੀ ਸੀਗਾ, ਅੰਗਰੇਜ਼ੀ ਦਾ ਕਾਫੀ ਪ੍ਰਭਾਵ ਪਿਆ ਅਤੇ ਲੋਕ ਅੰਗਰੇਜ਼ੀ ਸਿੱਖਣ ਜਾਂ ਬੋਲਣ ਨੂੰ ਅਹਿਮੀਅਤ ਦੇਣ ਲੱਗੇ। ਇਸੇ ਤਰ੍ਹਾਂ ਅਲੱਗ-ਅਲੱਗ ਭਾਸ਼ਾਵਾਂ ਸੀਗੀਆਂ ਜਿਹੜੀਆਂ ਸਾਡੇ ਭਾਰਤ ਵਿੱਚ ਬੋਲੀਆਂ ਜਾਣ ਦਾ ਕਾਰਨ ਇਹੀ ਹੈ ਕਿ ਦੂਸਰੇ ਲੋਕਾਂ ਤੋਂ ਪ੍ਰਭਾਵਿਤ ਹੋਣਾ। ਲੋਕ ਗਾਥਾਵਾਂ ਤੋਂ ਮਾਨਸੂਨ ਦੇ ਸੰਬੰਧ ਵਿੱਚ ਵੱਖ-ਵੱਖ ਸਥਾਨਾਂ 'ਤੇ ਗਾਏ ਜਾਣ ਵਾਲੇ, ਜਿਵੇਂ ਕਹਿ ਲਓ ਕਿ ਲੋਕ ਗੀਤ, ਜਿਵੇਂ ਪੰਜਾਬ ਦੀਆਂ ਤੀਆਂ ਆ ਗਈਆਂ, ਹਰਿਆਣੇ ਦਾ ਸਾਵਨ ਆ ਗਿਆ, ਭੋਜਪੁਰ ਦੀ ਕਜਰੀ ਆ, ਅਤੇ ਬ੍ਰਜ ਦਾ ਵੀ ਮਲਹਾਰ ਆਦਿ। ਇਹਨਾਂ ਤੋਂ ਇਲਾਵਾ ਲਲਿਤ ਕਲਾਵਾਂ ਵਿੱਚ ਬੀਰ ਰਸ ਵਾਲੀਆਂ ਲੋਕ ਕਥਾਵਾਂ, ਲੋਕ ਨਾਚ, ਸੰਗੀਤ, ਨਾਟਕ, ਵੱਖ-ਵੱਖ ਮੇਲੇ ਜਿਹੜੇ ਤਿਉਹਾਰ ਹੁੰਦੇ ਆ ਗਾਈਜ਼, ਇਹ ਆਪਸੀ ਜਿਹੜਾ ਲੋਕਾਂ ਨੂੰ ਇਕਸਾਰਤਾ ਪ੍ਰਦਾਨ ਕਰਦੇ ਹਨ, ਇੱਕ ਤਰ੍ਹਾਂ ਇਹਨਾਂ ਨੂੰ ਜੋੜ ਕੇ ਰੱਖਦੇ ਹਨ। ਆਵਾਜਾਈ ਅਤੇ ਸੰਚਾਰ ਦੇ ਸਾਧਨ, ਦੂਸਰਾ ਕੀ ਹੈ, ਆਵਾਜਾਈ ਅਤੇ ਸੰਚਾਰ ਦੇ ਸਾਧਨ ਹੈ ਜਿਹੜੇ ਉਹਨਾਂ ਨੇ ਵੀ ਲੋਕਾਂ ਨੂੰ ਆਪਸ ਦੇ ਵਿੱਚ ਜੋੜਨ ਵਿੱਚ ਇੱਕ ਮਹੱਤਵਪੂਰਨ ਕਹਿ ਲਓ ਕਿ ਰੋਲ ਹੈ ਜਿਹੜਾ ਉਹ ਅਦਾ ਕੀਤਾ ਹੈ। ਰੇਲਾਂ ਸੜਕਾਂ ਨੇ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਦੂਰ ਦੁਰਾਡੇ ਜਿਹੜੇ ਵਿਕਸਿਤ ਇਲਾਕੇ ਸੀਗੇ ਉਹਨਾਂ ਨੂੰ ਆਪਸ ਦੇ ਵਿੱਚ ਜੋੜਿਆ, ਜਿਸ ਨਾਲ ਲੋਕ ਆਪਸ ਦੇ ਵਿੱਚ ਜਿਹੜਾ ਮਿਲ ਕੇ ਰਹਿਣ ਲੱਗੇ ਅਤੇ ਉਹਨਾਂ ਦਾ ਜਿਹੜਾ ਕਹਿ ਲਓ ਕਿ ਸਮਾਜਿਕ ਸੰਪਰਕ ਸੀ ਉਹ ਕਾਇਮ ਹੋਇਆ। ਠੀਕ ਹੈ, ਔਰ ਇਸ ਸਮਾਜਿਕ ਸੰਪਰਕ ਦੇ ਨਾਲ ਉਹਨਾਂ ਦਾ ਆਪਸੀ ਜਿਹੜਾ ਮੇਲ ਜੋਲ ਸੀ ਉਹ ਵਧਿਆ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਪੁਆਇੰਟ ਨੰਬਰ 5, ਜਿਹਨੂੰ ਅਸੀਂ ਕਹਾਂਗੇ ਸਥਾਨ ਬਦਲੀ, ਮਾਈਗ੍ਰੇਸ਼ਨ। ਇਹ ਤੁਹਾਨੂੰ ਪਹਿਲਾਂ ਵੀ ਦੱਸਿਆ, ਜਦੋਂ ਕਿ ਕਹਿ ਲਓ ਕਿ ਪਿੰਡਾਂ ਤੋਂ ਲੋਕ ਸ਼ਹਿਰਾਂ ਦੇ ਵਿੱਚ ਜਾ ਕੇ ਵਸਣਾ ਸ਼ੁਰੂ ਕਰ ਦਿੰਦੇ ਹਨ, ਜਾਂ ਸ਼ਹਿਰਾਂ ਦੇ ਲੋਕ ਬਹੁਤ ਵੱਡੇ ਮਹਾਨ ਨਗਰਾਂ ਦੇ ਵਿੱਚ ਜਾ ਕੇ ਆਪਣਾ ਰਹਿਣਾ ਬਹਿਣਾ ਜਾਂ ਉੱਥੇ ਕੰਮ ਧੰਦੇ ਸਟਾਰਟ ਕਰਦੇ ਹਨ, ਉਸ ਨੂੰ ਅਸੀਂ ਮਾਈਗ੍ਰੇਸ਼ਨ ਕਹਿੰਦੇ ਹਾਂ। ਉਪਰੋਕਤ ਕਾਰਨਾਂ ਤੋਂ ਇਲਾਵਾ ਕੇਂਦਰ ਸਰਕਾਰ ਲੋਕ ਸੇਵਾਵਾਂ ਅਤੇ ਸੁਰੱਖਿਆ ਸੇਵਾਵਾਂ ਵਿੱਚ ਵੱਖ-ਵੱਖ ਭਾਗਾਂ ਦੇ ਲੋਕ ਨਿਯੁਕਤ ਕਰਦੀ ਹੈ। ਜੌਬਸ ਦੇ ਵਿੱਚ ਵੀ ਲੋਕ ਹੈ ਜਿਹੜੇ ਅਲੱਗ-ਅਲੱਗ ਏਰੀਏ ਤੋਂ ਲਿੱਤੇ ਜਾਂਦੇ ਹਨ। ਉਹਦਾ ਮੇਨ ਰੀਜ਼ਨ ਇਹ ਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵਿੱਚ ਭਾਈਚਾਰਾ ਅਤੇ ਇਹ ਜਿਹੜੀ ਯੂਨਿਟੀ ਆ ਉਹ ਬਣਾਏ ਰੱਖਣ ਦੇ ਲਈ
ਉਹਨਾਂ ਨੂੰ ਆਪਸ ਦੇ ਵਿੱਚ ਜੋੜਨਾ, ਔਰ ਜਿਸ ਦੇ ਨਾਲ ਜਿਹੜੇ ਮਾਈਗ੍ਰੇਟ ਹੁੰਦੇ ਆ ਉਹਨਾਂ ਨੂੰ ਅਗਰ ਆਪਣੀ ਜਗ੍ਹਾ 'ਤੇ ਜੋਬ ਨਹੀਂ ਮਿਲੀ ਤਾਂ ਉਹਨਾਂ ਦੇ ਲਈ ਕੁਝ ਰਾਖਵਾਂ ਸਥਾਨ ਜਿਹੜੇ ਦੂਸਰੀ ਜਗ੍ਹਾ 'ਤੇ ਰੱਖਿਆ ਜਾਂਦਾ ਹੈ, ਜਿਹਨੂੰ ਉਹ ਪੇਪਰ ਦੇ ਕੇ ਕਲੀਅਰ ਕਰਦੇ ਹਨ। ਤਾਂ ਇਸ ਤਰ੍ਹਾਂ ਜਿਹੜੇ ਲੋਕ ਹਨ ਉਹਨਾਂ ਨੂੰ ਜੋਬਸ ਵੀ ਮਿਲਦੀ ਆ, ਔਰ ਲੋਕਾਂ ਆ ਜਗ੍ਹਾ ਇੱਕ ਹੀ ਆਰਗੇਨਾਈਜੇਸ਼ਨ ਜਾਂ ਇੱਕ ਪ੍ਰਸ਼ਾਸਨਿਕ ਸੰਸਥਾ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਲੋਕ ਜਦੋਂ ਮਿਲ ਕੇ ਬੈਠਦੇ ਹਨ, ਆਪਸ ਦੇ ਵਿੱਚ ਗੱਲ ਕਰਦੇ ਹਨ, ਆਪਣੀ ਅਲੱਗ-ਅਲੱਗ ਲੈਂਗੁਏਜਿਸ ਆ ਉਹਨਾਂ ਦਾ ਆਦਾਨ ਪ੍ਰਦਾਨ ਕਰਦੇ ਹਨ, ਤਾਂ ਉਹਨਾਂ ਦੇ ਵਿੱਚ ਜਿਹੜੀ ਭਾਈਚਾਰੇ ਦੀ ਭਾਵਨਾ ਹੈ, ਜਿਹੜੀ ਏਕਤਾ ਦੀ ਭਾਵਨਾ ਹੈ, ਉਹਦੀ ਲਹਿਰ ਹੋਰ ਮਜ਼ਬੂਤ ਹੋ ਜਾਂਦੀ ਹੈ। ਉਮੀਦ ਕਰਦੇ ਹਾਂ ਇਸ ਸਾਰੀਆਂ ਚੀਜ਼ਾਂ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਭਾਰਤ ਦੇ ਵਿੱਚ ਜਿਹੜੀ ਅਨੇਕਤਾ ਤੋਂ ਏਕਤਾ ਦਾ ਰੀਜ਼ਨ ਕੀ ਹੈ, ਕਿਵੇਂ ਭਾਰਤ ਦੇ ਵਿੱਚ ਅਲੱਗ ਸਭ ਕੁਝ ਸੱਭਿਅਤਾ, ਸੰਸਕ੍ਰਿਤੀ, ਲੈਂਗੁਏਜ, ਉਹਨਾਂ ਦਾ ਜਲਵਾਯੂ, ਠੀਕ ਹੈ, ਖੇਤਰੀ ਭਿੰਨਤਾਵਾਂ, ਲੈਂਡ ਡਾਇਵਰਸਿਟੀ, ਹਰ ਚੀਜ਼ਾਂ ਅਲੱਗ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਕਿਉਂ ਹਾਂ। ਉਹ ਇੱਕ ਹੋਣ ਦਾ ਕਾਰਨ ਗਾਈਜ਼ ਇਹ ਸਾਡੇ ਅੰਦਰ ਦੀ ਸਪਿਰਿਚੁਅਲ ਨੈਸ਼ਨਲ ਯੂਨਿਟੀ ਹੈ, ਜਿਹੜੀ ਸਾਡੇ ਅੰਦਰ ਹੀ ਹੈ, ਔਰ ਸਾਡਾ ਦੇਸ਼ ਕੋਈ ਮੌਕਾ ਨਹੀਂ ਛੱਡਦਾ ਇਸ ਚੀਜ਼ ਨੂੰ ਵਧਾਉਣ ਦੇ ਲਈ, ਠੀਕ ਹੈ। ਅਤੇ ਬਾਕੀ ਸਾਡੇ ਇੰਡੀਆ ਦੇ ਲੋਕ ਅਲੱਗ-ਅਲੱਗ ਜਗ੍ਹਾ ਤੋਂ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਮੂੰਹ 'ਚੋਂ ਜਦੋਂ ਵੀ ਨਿਕਲਦਾ ਹੈ, ਸਭ ਤੋਂ ਪਹਿਲੀ ਪਹਿਲ ਕਿਹਨੂੰ ਦਿੱਤੀ ਜਾਂਦੀ ਹੈ? ਬੀਇੰਗ ਇੰਡੀਅਨ, ਕਿ ਅਸੀਂ ਇੰਡੀਅਨ ਹਾਂ ਜਾਂ ਇੰਡੀਅਨ ਬਣੋ। ਅਸੀਂ ਪੰਜਾਬੀ ਨਹੀਂ ਹਾਂ, ਅਸੀਂ ਹਿੰਦੂ ਨਹੀਂ ਹਾਂ, ਅਸੀਂ ਸਿੱਖ, ਅਸੀਂ ਮੁਸਲਮਾਨ ਨਹੀਂ ਹਾਂ, ਅਸੀਂ ਸਭ ਇੱਕ ਹਾਂ। ਸਭ ਤੋਂ ਪਹਿਲਾਂ ਅਸੀਂ ਭਾਰਤੀ ਹਾਂ। ਇਹੀ ਚੀਜ਼ ਸਾਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹ ਕੇ ਰੱਖਦੀ ਹੈ। ਉਮੀਦ ਕਰਦੇ ਹਾਂ ਇਸ ਚੈਪਟਰ ਨੂੰ ਧਿਆਨ ਨਾਲ ਸੁਣਿਆ ਹੋਵੇਗਾ ਅਤੇ ਤੁਹਾਨੂੰ ਇਸ ਚੈਪਟਰ ਦੀ ਬਹੁਤ ਚੰਗੀ ਤਰ੍ਹਾਂ ਸਮਝ ਆਏਗੀ। ਓਕੇ ਗਾਇਜ਼, ਬਾਏ, ਮਿਲਦੇ ਹਾਂ ਨੈਕਸਟ ਵੀਡੀਓ ਲੈ ਕੇ। ਓਕੇ ਬਾਏ। ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ, ਅਤੇ ਅਕੋਰਡਿੰਗ ਟੂ ਤੁਹਾਡੀ ਨੀਡ, ਜੋ ਵੀ ਤੁਹਾਡੀ ਨੀਡ ਹੈ, ਤੁਸੀਂ ਚਾਹੁੰਦੇ ਹੋ, ਜੋ ਲੈਸਨ ਚਾਹੁੰਦੇ ਹੋ, ਜੋ ਟੌਪਿਕ ਚਾਹੁੰਦੇ ਹੋ ਸੋਸ਼ਲ ਸਾਇੰਸ ਦਾ, ਉਸਨੂੰ ਆਪਣੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ। ਓਕੇ ਗਾਇਜ਼, ਬਾਏ।